ਜਿਵੇਂ ਜਿਵੇਂ ਅਸੀਂ ਨਵੀਂ ਤਕਨੀਕ ਵੱਲ ਵੱਧ ਰਹੇ ਹਾਂ ਜਾਂ ਆਨਲਾਈਨ ਹੋ ਰਹੇ ਹਾਂ, ਉਸੇ ਤਰ੍ਹਾਂ ਹੀ ਸਾਡੀਆਂ ਮੁਸ਼ਕਲਾਂ ਵੀ ਵੱਧ ਰਹੀਆਂ ਹੈ। ਖਾਸ ਕਰਕੇ ਜੇ ਅਸੀਂ ਗੱਲ ਕਰੀਏ ਫਰਾਡ, ਆਨਲਾਈਨ ਫਰਾਡ ਬਹੁਤ ਹੋ ਰਹੇ ਨੇ, ਖਾਸ ਕਰਕੇ ਸਾਈਬਰ ਕ੍ਰਾਈਮ ਜਿਸ ਨੂੰ ਆਪਾਂ ਕਹਿੰਦੇ ਆ, ਉਹ ਬਹੁਤ ਵੱਧ ਰਿਹਾ। ਇਸ ਤੋਂ ਬਚਣ ਲਈ ਸਾਨੂੰ ਕੀ ਕੀ ਕਰਨਾ ਚਾਹੀਦਾ ਤੇ ਕਿੱਦਾਂ ਦੇ ਸਾਈਬਰ ਕ੍ਰਾਈਮ ਅੱਜ ਕੱਲ੍ਹ ਚੱਲ ਰਹੇ ਜਿਨ੍ਹਾਂ ਨੂੰ ਤੁਸੀਂ ਆਪ ਹੀ ਬਚ ਸਕਦੇ ਹੋ। ਇਸੇ ਲਈ ਗੱਲਬਾਤ ਕਰਨ ਨੂੰ ਮੌਜੂਦ ਹੈ ਸਾਡੇ ਨਾਲ ਸਾਈਬਰ ਐਕਸਪਰਟ ਪਲਵਿੰਦਰ ਸਿੰਘ ਜੀ। ਪਲਵਿੰਦਰ ਸਿੰਘ ਜੀ ਨੇ ਜਲੰਧਰ ਦੇ ਸਿਟੀ ਇੰਸਟੀਚਿਊਟ 'ਚ ਉੱਥੇ ਪੜ੍ਹਾਈ ਕੀਤੀ ਤੇ ਉਸ ਤੋਂ ਬਾਅਦ ਹੁਣ ਚੰਡੀਗੜ੍ਹ ਤੋਂ ਬਾਅਦ ਇੱਕੋ ਇੱਕ ਜਲੰਧਰ ਦੇ ਇਹ ਐਥੀਕਲ ਹੈਕਰ ਜੇ ਕਹਿ ਸਕਦੇ ਹਾਂ ਜਾਂ ਕਹਿ ਸਕਦੇ ਸਾਈਬਰ ਐਕਸਪਰਟ ਨੇ। ਅਸੀਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲਾਂ ਪਲਵਿੰਦਰ ਜੀ ਦੱਸੋ ਕਿ ਕਿਹੜੇ ਕਿਹੜੇ ਕ੍ਰਾਈਮ ਅੱਜ ਕੱਲ੍ਹ ਹੋ ਰਹੇ ਨੇ ਜਿਨ੍ਹਾਂ ਤੋਂ ਲੋਕ ਬਚ ਸਕਦੇ। ਸੋ ਅੱਜ ਕੱਲ੍ਹ ਜਿਹੜਾ ਸਭ ਤੋਂ ਟ੍ਰੈਂਡਿੰਗ ਕ੍ਰਾਈਮ ਚੱਲ ਰਿਹਾ ਹੈਗਾ ਇਹਦੇ ਵਿੱਚ ਕਿ ਜਿੱਦਾਂ ਜਿੱਦਾਂ ਅਸੀਂ ਡਿਜੀਟਲਾਈਜੇਸ਼ਨ ਵਿੱਚ ਸ਼ਿਫਟ ਹੋ ਰਹੇ ਹਾਂ, ਲੋਕਾਂ ਦੇ ਨਾਲ ਉਸ ਜਿੰਨਾ ਸਾਨੂੰ ਇਹਦਾ ਬੈਨੀਫਿਟ ਹੈ ਪਲੱਸ ਇਹਦੇ ਨੁਕਸਾਨ ਵੀ ਸਾਥ ਸਾਥ ਵੱਧ ਰਹੇ ਨੇ। ਸੋ ਸਭ ਤੋਂ ਜ਼ਿਆਦਾ ਜਿਹੜਾ ਸਾਡੇ ਨਾਲ ਕ੍ਰਾਈਮਸ ਵੱਧ ਰਹੇ ਨੇ ਇਹ ਹੈਗੇ ਹੈ ਬੈਂਕਿੰਗ ਦੇ ਰਿਲੇਟਿਡ, ਕਿਉਂਕਿ ਸਭ ਤੋਂ ਮਨੀ ਇੱਕ ਇੱਦਾਂ ਦਾ ਇਸ਼ੂ ਹੈ ਕਿ ਹੈਕਰਸ ਹਮੇਸ਼ਾ ਉਹਨੂੰ ਅਟਰੈਕਟ ਕਰਦੇ ਨੇ। ਸੋ ਬੈਂਕਿੰਗ ਦੇ ਵਿੱਚ ਕੀ ਚੱਲ ਰਿਹਾ ਕਿ ਤੁਹਾਨੂੰ ਨੈਟ ਬੈਂਕਿੰਗ ਹੋ ਗਈਆਂ, ਸਾਡੀਆਂ ਡਿਜੀਟਲ ਬੈਂਕਿੰਗਸ ਹੋ ਗਈਆਂ, ਉਹਦੇ ਲਈ ਸਾਨੂੰ ਸਿਰਫ ਇੱਕ ਯੂਜ਼ਰ ਨੇਮ ਐਂਡ ਪਾਸਵਰਡ ਦੀ ਜ਼ਰੂਰਤ ਹੁੰਦੀ ਹੈ। ਜੇ ਉਹੀ ਯੂਜ਼ਰ ਨੇਮ ਪਾਸਵਰਡ ਸਾਡਾ ਕਿਸੇ ਤਰੀਕੇ ਨਾਲ ਕਿਸੇ ਗਲਤ ਪਰਸਨ ਦੇ ਕੋਲ ਪਹੁੰਚ ਜਾਂਦਾ ਹੈ, ਜੋ ਟ੍ਰਾਂਜੈਕਸ਼ਨਸ ਅਸੀਂ ਕਰ ਸਕਦੇ ਹਾਂ ਆਪਣਾ ਯੂਜ਼ਰ ਨੇਮ ਪਾਸਵਰਡ ਯੂਜ਼ ਕਰਕੇ, ਸੇਮ ਕੋਈ ਹੋਰ ਵੀ ਕਰ ਸਕਦਾ ਹੈ। ਸੋ ਇਹਦੇ ਤੋਂ ਬਚਣ ਲਈ ਸਾਨੂੰ ਸਭ ਤੋਂ ਪਹਿਲਾਂ ਆਪਣਾ ਜੋ ਪਾਸਵਰਡ ਹੈ, ਬੈਂਕਿੰਗ ਦੇ ਰਿਲੇਟਿਡ ਪਾਸਵਰਡ ਹੈ, ਉਹ ਹਮੇਸ਼ਾ ਬਾਕੀ ਸਾਰੇ ਅਕਾਊਂਟਸ ਤੋਂ ਡਿਫਰੈਂਟ ਰੱਖਣਾ ਚਾਹੀਦਾ ਹੈ। ਅਸੀਂ ਨਾਰਮਲੀ ਕੀ ਕਰਦੇ ਹਾਂ, ਜੋ ਸਾਡਾ ਜੀਮੇਲ ਦਾ ਪਾਸਵਰਡ ਹੈ ਉਹੀ ਸਾਡੇ ਬੈਂਕਿੰਗ ਦਾ ਪਾਸਵਰਡ ਹੈ, ਉਹੀ ਸਾਡੇ ਫੇਸਬੁੱਕ ਦਾ ਪਾਸਵਰਡ ਹੈ, ਉਹੀ ਇੰਸਟਾ ਦਾ ਪਾਸਵਰਡ ਹੈ। ਸੋ ਇਹ ਸਾਰੇ ਸੇਮ ਪਾਸਵਰਡ ਨਾ ਰੱਖ ਕੇ ਸਾਨੂੰ ਸਾਰਿਆਂ ਦਾ ਡਿਫਰੈਂਟ ਪਾਸਵਰਡ ਰੱਖਣਾ ਚਾਹੀਦਾ, ਤਾਂ ਜੋ ਸਾਨੂੰ ਕੋਈ ਵੀ ਫਾਈਨੈਂਸ਼ੀਅਲੀ ਲਾਸ ਇੱਦਾਂ ਦਾ ਕੋਈ ਫੇਸ ਨਾ ਕਰਨਾ ਪਵੇ ਇਨ ਟਰਮਸ ਆਫ ਏ ਸਾਈਬਰ। ਬਿਲਕੁਲ, ਜੇ ਅਸੀਂ ਗੱਲ ਕਰੀਏ ਅੱਜ ਕੱਲ੍ਹ ਬੈਂਕਿੰਗ ਫਰਾਡ ਬਹੁਤ ਹੋ ਰਿਹਾ ਹੈ, ਇਹਦੇ ਤੋਂ ਬਚਣ ਲਈ ਕਿੱਦਾਂ ਦੇ ਕਰਨਾ ਚਾਹੀਦਾ, ਕਿਹੜੀਆਂ ਚੀਜ਼ਾਂ ਦਾ ਧਿਆਨ ਆਮ ਲੋਕਾਂ ਨੂੰ ਰੱਖਣਾ ਚਾਹੀਦਾ? ਜੀ, ਬੈਂਕਿੰਗ ਦੇ ਵਿੱਚ ਦੋ ਤਰੀਕੇ ਦੇ ਫਰਾਡ ਹੋ ਰਹੇ। ਇੱਕ ਹੋ ਰਿਹਾ ਸਾਡੇ ਆਨਲਾਈਨ ਬੈਂਕਿੰਗ ਦੇ, ਜਿਹਦੇ ਵਿੱਚ ਸਾਡਾ ਯੂਜ਼ਰ ਨੇਮ ਐਂਡ ਪਾਸਵਰਡ ਕੰਪਰੋਮਾਈਜ਼ ਹੋ ਰਿਹਾ, ਕਿਉਂਕਿ ਸਾਡੇ ਨੈਟ ਬੈਂਕਿੰਗ 'ਚ ਯੂਜ਼ਰ ਨੇਮ ਐਂਡ ਪਾਸਵਰਡ ਦੇ ਨਾਲ ਹੀ ਸਾਰੀ ਟ੍ਰਾਂਜੈਕਸ਼ਨਸ ਰਿਲੇਟਡ ਹੁੰਦੀਆਂ। ਐਂਡ ਸੈਕਿੰਡ ਜਿਹੜਾ ਸਭ ਤੋਂ ਟ੍ਰੈਂਡਿੰਗ ਫਰਾਡ ਹੈਗਾ, ਇਹ ਹੈਗਾ ਸਾਡੇ ਡੈਬਿਟ ਕਾਰਡ ਐਂਡ ਕ੍ਰੈਡਿਟ ਕਾਰਡ ਦਾ। ਬਹੁਤ ਸਾਰੇ ਲੋਕਾਂ ਨੂੰ ਕਾਲਸ ਆਉਂਦੀਆਂ ਕਿ ਅਸੀਂ ਬੈਂਕ ਦੀ ਤਰਫ ਤੋਂ ਬੋਲ ਰਹੇ ਹਾਂ ਐਂਡ ਤੁਸੀਂ ਆਪਣਾ ਅਗਰ ਅਕਾਊਂਟ ਕੰਟੀਨਿਊ ਕਰਨਾ ਚਾਹੁੰਦੇ ਹੋ ਤਾਂ ਆਪਣਾ ਡੈਬਿਟ ਕਾਰਡ ਜਾਂ ਕ੍ਰੈਡਿਟ ਕਾਰਡ ਕਨਫਰਮ ਕੀਤਾ ਜਾਏ। ਇੱਦਾਂ ਦੀ ਕੋਈ ਵੀ ਜਾਣਕਾਰੀ ਬੈਂਕ ਤੁਹਾਡੇ ਤੋਂ ਕਦੀ ਨਹੀਂ ਮੰਗਦਾ। ਐਂਡ ਜੇ ਕੋਈ ਤੁਹਾਡੇ ਕੋਲ ਮੰਗ ਰਿਹਾ, ਤੁਹਾਡਾ ਮੋਸਟਲੀ ਮੰਗਿਆ ਜਾਂਦਾ ਸਾਡੇ ਤੋਂ ATM ਕਾਰਡ ਦੇ ਉੱਤੇ ਜਿਹੜਾ 16 ਡਿਜਿਟ ਦਾ ਕੋਡ ਲਿਖਿਆ ਹੁੰਦਾ ਹੈ, ਪਲੱਸ ਐਕਸਪਾਇਰੀ ਡੇਟ ਹੁੰਦੀ ਹੈ, ਪਲੱਸ CVV ਨੰਬਰ ਹੁੰਦਾ ਹੈ। ਜੇ ਇਹ ਡਿਟੇਲਸ ਤੁਹਾਡੇ ਕੋਲ ਕੋਈ ਵੀ ਮੰਗ ਰਿਹਾ, ਕਦੀ ਵੀ ਇਹ ਡਿਟੇਲਸ ਕਿਸੇ ਦੇ ਨਾਲ ਸ਼ੇਅਰ ਨਾ ਕੀਤੀਆਂ ਜਾਣ, ਬਿਕੋਜ਼ ਇੱਕ ਵਾਰੀ ਤੁਸੀਂ ਇਹ ਡਿਟੇਲਸ ਕਿਸੇ ਨੂੰ ਪ੍ਰੋਵਾਈਡ ਕਰ ਦਿੱਤੀਆਂ ਤਾਂ ਕੋਈ ਵੀ ਪਰਸਨ ਤੁਹਾਡੇ ਅਕਾਊਂਟਸ ਤੋਂ ਕੋਈ ਵੀ ਟ੍ਰਾਂਜੈਕਸ਼ਨ ਕਰ ਸਕਦਾ। ਐਂਡ ਬਹੁਤ ਵਾਰੀ ਸਾਨੂੰ OTP ਵੀ ਇਸ ਚੀਜ਼ ਦਾ ਨਹੀਂ ਆਉਂਦਾ ਜਦ ਕਿ ਆਪਾਂ ਇੰਟਰਨੈਸ਼ਨਲ ਟ੍ਰਾਂਜੈਕਸ਼ਨਸ ਕਰਦੇ ਹਾਂ। ਜਿਵੇਂ ਤੁਸੀਂ ਹੁਣ ਗੱਲ ਕੀਤੀ ਇੰਟਰਨੈਸ਼ਨਲ ਟ੍ਰਾਂਜੈਕਸ਼ਨ ਦੀ, RBI ਦੀ ਰੂਲਿੰਗ ਹੈ ਕਿ ਇੱਕ OTP ਆਏਗਾ, ਪਰ ਅਸੀਂ ਦੇਖਦੇ ਹਾਂ ਕਿ OTP ਵੀ ਨਹੀਂ ਆਉਂਦਾ, ਫਿਰ ਵੀ ਫਰਾਡ ਹੋ ਜਾਂਦਾ। ਉਹ ਕਿੱਦਾਂ ਹੁੰਦਾ? ਐਕਚੁਅਲੀ ਜਦੋਂ ਤੋਂ ਆਪਾਂ ਇੰਡੀਆ ਦੇ ਅੰਦਰ ਕੋਈ ਟ੍ਰਾਂਜੈਕਸ਼ਨ ਕਰਦੇ ਹਾਂ, ਇੰਡੀਅਨ ਕੰਪਨੀ ਨੂੰ ਕੋਈ ਪੇ ਕਰ ਰਹੇ ਹਾਂ ਆਨਲਾਈਨ ਨੈਟ ਬੈਂਕਿੰਗ ਦੇ ਥਰੂ ਜਾਂ ਡੈਬਿਟ ਕਾਰਡ ਕ੍ਰੈਡਿਟ ਕਾਰਡ ਦੇ ਥਰੂ, ਉਸ ਕੇਸ 'ਚ ਸਾਡੇ ਕੋਲ OTP ਆਉਂਦਾ ਕਨਫਰਮ ਕਰਨ ਲਈ ਕਿ ਜਿਹੜੀ ਤੁਸੀਂ ਟ੍ਰਾਂਜੈਕਸ਼ਨ ਕਰ ਰਹੇ ਹੋ ਤੁਸੀਂ ਕਰ ਰਹੇ ਹੋ ਜਾਂ ਨਹੀਂ ਕਰ ਰਹੇ। ਬਟ ਜਦੋਂ ਅਸੀਂ ਇੰਟਰਨੈਸ਼ਨਲ ਵੈਬਸਾਈਟਸ 'ਤੇ ਕਰੀ ਦੀ ਹੈ, ਕੋਈ US ਕੈਨੇਡਾ ਜਾਂ ਕਿਸੇ ਹੋਰ ਕੰਟਰੀ ਦੀ, ਉਸ ਕੇਸ 'ਚ ਸਾਡੇ ਕੋਲ OTP ਨਹੀਂ ਆਏਗਾ। ਉਸ ਕੇਸ 'ਚ ਸਿਰਫ ਤੁਹਾਨੂੰ ਆਪਣੇ ਡੈਬਿਟ ਕਾਰਡ ਕ੍ਰੈਡਿਟ ਕਾਰਡ ਦਾ ਨੰਬਰ, ਐਕਸਪਾਇਰੀ ਡੇਟ ਐਂਡ CVV ਹੀ ਫਿਲ ਕਰਨਾ ਪੈਂਦਾ। ਸੋ ਮੇਕ ਸ਼ੋਰ ਆਪਣਾ ਡੈਬਿਟ ਕਾਰਡ ਕ੍ਰੈਡਿਟ ਕਾਰਡ ਸਾਨੂੰ ਕਿਸੇ ਨੂੰ ਵੀ ਹੈਂਡਓਵਰ ਨਹੀਂ ਕਰਨਾ ਚਾਹੀਦਾ। ਐਂਡ ਜਦ ਵੀ ਅਸੀਂ ਕਿਸੇ ਕਾਰਡ ਸਵਾਈਪ ਕਰੀਦਾ, ਚਾਹੇ ਹੋਟਲਸ ਦੇ ਵਿੱਚ ਹੋ ਗਿਆ, ਚਾਹੇ ਕਿਸੇ ਪਰਸਨ ਨੂੰ ਆਪਾਂ ਹੈਂਡਓਵਰ ਕਰ ਰਹੇ ਪੇਮੈਂਟ ਲਈ, ਮੇਕ ਸ਼ੋਰ ਕਿ ਕਾਰਡ ਤੁਹਾਡੇ ਸਾਹਮਣੇ ਹੀ ਸਵਾਈਪ ਕੀਤਾ ਜਾਏ, ਕਿਸੇ ਅਨਵਾਂਟਡ ਜਾਂ ਕਿਸੇ ਹੋਰ ਮਸ਼ੀਨ 'ਚ ਸਵਾਈਪ ਨਾ ਕੀਤਾ ਜਾਏ। ਬਿਲਕੁਲ, ਇੱਕ ਅਸੀਂ ਦੇਖ ਰਹੇ ਹਾਂ ਕਿ ਕਲੋਨ ਤਿਆਰ ਹੋ ਜਾਂਦਾ, ਜਿਵੇਂ ਅੱਜ ਕੱਲ੍ਹ ਲੋਕਾਂ ਕੋਲ ਘਰ ਵਿੱਚ ਆ ਕੇ ਕਹਿ ਦਿੰਦੇ ਕੋਰੀਅਰ ਆਇਆ ਜਾਂ ਕੋਈ ਡਿਲੀਵਰੀ ਦੇ ਚਾਰਜਿਸ, ਉਹਦੇ ਨਾਲ ਉਹਨੂੰ ਸਵੈਪ ਕਰਕੇ ਉਹ ਕਰ ਦਿੰਦੇ। ਉਹ ਕੀ ਹੁੰਦਾ? ਐਕਚੁਅਲੀ ਇਸ ਮਸ਼ੀਨ ਨੂੰ ਕਿਹਾ ਜਾਂਦਾ ਸਕੀਮਰ ਮਸ਼ੀਨ। ਸਕੀਮਰ ਮਸ਼ੀਨ ਇੱਕ ਇੱਦਾਂ ਦੀ ਮਸ਼ੀਨ ਹੈ ਕਿ ਜੇ ਤੁਹਾਡਾ ਕਾਰਡ ਉਸ ਸਕੀਮਰ ਮਸ਼ੀਨ 'ਚ ਸਵਾਈਪ ਹੋ ਗਿਆ, ਤੁਹਾਡੇ ਕਾਰਡ ਦੀ ਡਿਟੇਲਸ, ਡੈਬਿਟ ਕਾਰਡ ਜਾਂ ਕ੍ਰੈਡਿਟ ਕਾਰਡ ਜਿਹਨੂੰ ਆਪਾਂ ਨਾਰਮਲ 'ਚ ATM ਕਾਰਡ ਵੀ ਕਹਿ ਲਈਦੀਆਂ, ਉਹਦੀਆਂ ਸਾਰੀਆਂ ਡਿਟੇਲਸ ਉਸ ਮਸ਼ੀਨ 'ਚ ਸਟੋਰ ਹੋ ਜਾਂਦੀਆਂ। ਮਤਲਬ ਕਿ ਤੁਹਾਡੇ ਕਾਰਡ ਦਾ ਨੰਬਰ, ਐਕਸਪਾਇਰੀ ਡੇਟ ਐਂਡ CVV ਨੰਬਰ ਪੂਰੀ ਤੁਹਾਡਾ ਕਲੋਨ ਹੀ ਹੋ ਗਿਆ। ਕਲੋਨ ਮਤਲਬ ਪੂਰਾ ਕਾਪੀ ਹੀ ਹੋ ਗਿਆ। ਜੋ ਕਾਰਡ ਜਿੱਦਾਂ ਤੁਸੀਂ ਕਾਰਡ ਫਿਜ਼ੀਕਲੀ ਯੂਜ਼ ਕਰ ਰਹੇ ਹੋ, ਸੇਮ ਕਾਰਡ ਇੱਕ ਹੈਕਰ ਜਾਂ ਇੱਕ ਕੋਈ ਸਪੈਮਰ ਉਹ ਵੀ ਉਸ ਤਰ੍ਹਾਂ ਹੀ ਉਹਨੂੰ ਯੂਜ਼ ਕਰ ਸਕਦਾ ਹੈ। ਸੋ ਸਾਨੂੰ ਇਸ ਚੀਜ਼ ਦਾ ਬਹੁਤ ਧਿਆਨ ਰੱਖਣਾ ਚਾਹੀਦਾ ਕਿ ਕਦੀ ਵੀ ਕਾਰਡ ਕਿਸੇ ਅਨਵਾਂਟਡ ਮਸ਼ੀਨ 'ਚ ਸਵਾਈਪ ਨਹੀਂ ਹੋਣ ਦੇਣਾ। ਬਿਲਕੁਲ, ਅੱਜ ਕੱਲ੍ਹ ਫਰਾਡ ਤਾਂ ਇਹੋ ਜਿਹੇ ਬਹੁਤ ਹੋ ਰਹੇ, ਪਰ ਅਸੀਂ ਮੇਨਲੀ ਗੱਲ ਕਰੀਏ ਐਕਸਟੋਰਸ਼ਨਸ ਵੀ ਵੱਧ ਰਿਹਾ। ਇਸ ਤੋਂ ਕਿੱਦਾਂ ਬਚਿਆ ਜਾ ਸਕਦਾ, ਇਸ ਬਾਰੇ ਵੀ ਥੋੜੀ ਜਾਣਕਾਰੀ। ਸੋ ਨਾਰਮਲ ਲੋਕਾਂ ਨੂੰ ਜੇ ਆਪਾਂ ਇਹਦਾ ਮੀਨਿੰਗ ਸਮਝੀਏ, ਐਕਸਟੋਰਸ਼ਨ ਇਜ਼ ਲਾਈਕ ਅ ਧਮਕੀ।
ਸੋ ਤਾਂ ਸਾਨੂੰ ਅੱਜ ਕੱਲ ਜਿਹੜੇ ਮੇਲਸ ਰਿਸੀਵ ਹੋ ਰਹੀਆਂ ਬਹੁਤ ਸਾਰੇ ਕਸਟਮਰਸ ਨੂੰ ਜਾਂ ਵਿਊਅਰਸ ਨੂੰ ਆਲਰੇਡੀ ਰਿਸੀਵ ਹੋ ਰਹੀਆਂ ਹੋਣਗੀਆਂ ਕਿ ਤੁਹਾਡਾ ਪਾਸਵਰਡ ਹੈ, ਐਂਡ ਪਾਸਵਰਡ ਵਿਦ ਮੇਲਸ ਆਉਂਦੀਆਂ ਕਿ ਦਿਸ ਇਜ਼ ਯੋਰ ਪਾਸਵਰਡ, ਐਂਡ ਉਹ 'ਚ ਤੁਹਾਡਾ ਇੱਕ ਜੈਨੂਇਨ ਪਾਸਵਰਡ ਵੀ ਲਿਖਿਆ ਹੁੰਦਾ ਹੈ, ਐਂਡ ਨਾਲ ਇਹ ਮੈਸੇਜ ਲਿਖਿਆ ਹੁੰਦਾ ਹੈ ਕਿ ਅਸੀਂ ਤੁਹਾਡਾ ਕੰਪਿਊਟਰ ਕੰਪਰੋਮਾਈਜ਼ ਕੀਤਾ ਹੋਇਆ ਹੈ, ਐਂਡ ਜਿਹਦੇ ਵਿੱਚ ਅਸੀਂ ਹਰ ਚੀਜ਼ ਰਿਕਾਰਡ ਕੀਤੀ ਹੈ ਜੋ ਵੀ ਤੁਸੀਂ ਆਪਣੇ ਸਿਸਟਮ ਉੱਤੇ ਐਕਟੀਵਿਟੀਜ਼ ਕੀਤੀਆਂ, ਐਂਡ ਜੇ ਤੁਸੀਂ ਸਾਨੂੰ ਹੁਣ ਐਕਸਟੋਰਸ਼ਨ ਮਨੀ ਮਤਲਬ ਕਿ ਇੱਕ ਬਲੈਕ ਮਨੀ ਸਾਨੂੰ ਪੇ ਨਹੀਂ ਜੇ ਨਹੀਂ ਕਰੋਗੇ ਤਾਂ ਤੁਹਾਡੀਆਂ ਸਾਰੀਆਂ ਪਰਸਨਲ ਡਿਟੇਲਸ ਜੋ ਤੁਹਾਡੇ ਕੰਪਿਊਟਰ ਵਿੱਚ ਹੈ ਉਹ ਸਾਰੀਆਂ ਪਬਲਿਕਲੀ ਡਿਸਕਲੋਜ਼ ਕਰ ਦਾਂਗੇ, ਐਂਡ ਕੋਈ ਵੀ ਇਹ ਨਹੀਂ ਚਾਹੁੰਦਾ ਕਿ ਮੇਰੀਆਂ ਪਰਸਨਲ ਡਿਟੇਲਸ ਕਦੀ ਵੀ ਪਬਲਿਕਲੀ ਆਣ। ਉਸ ਤੋਂ ਬਚਣ ਲਈ ਉਹਦੇ ਥੱਲੇ ਲਿਖਿਆ ਹੁੰਦਾ ਕਿ ਜੇ ਤੁਸੀਂ ਚਾਹੁੰਦੇ ਇਹ ਨਾ ਆਉਣ, ਸਾਨੂੰ ਬਿਟਕੋਇਨਸ ਦੇ ਵਿੱਚ ਪੇਮੈਂਟ ਕੀਤੀ ਜਾਵੇ, ਐਂਡ ਬਿਟਕੋਇਨਸ ਇੱਕ ਇਦਾਂ ਦੀ ਟ੍ਰਾਂਜੈਕਸ਼ਨ ਹੈ ਜਿਹਦੇ ਵਿੱਚ ਅਸੀਂ ਡਿਟੈਕਟ ਨਹੀਂ ਕਰ ਸਕਦੇ ਕਿ ਪੇਮੈਂਟ ਕਿਹਨੂੰ ਜਾ ਰਹੀ ਹੈ, ਐਂਡ ਜੇ ਤੁਸੀਂ ਪੇਮੈਂਟ ਕਰ ਵੀ ਰਹੇ ਆ ਤੇ ਇਹਦੇ ਵਿੱਚ 1% ਕੋਈ ਸਕਸੈਸ ਰੇਟ ਨਹੀਂ ਹੈ ਕਿ ਤੁਹਾਡਾ ਡੇਟਾ ਕਿਤੇ ਪਬਲਿਕਲੀ ਐਕਸਪੋਜ਼ ਕੀਤਾ ਜਾਵੇਗਾ ਜਾਂ ਨਹੀਂ ਕੀਤਾ ਜਾਵੇਗਾ, ਜਾਂ ਤੁਹਾਡਾ ਡੇਟਾ ਤੁਹਾਨੂੰ ਰਿਟਰੀਵ ਕੀਤਾ ਜਾਵੇਗਾ ਜਾਂ ਨਹੀਂ ਕੀਤਾ। ਸੋ ਮੇਕ ਸ਼ੋਰ ਕਿ ਇਹਨੂੰ ਬਿਟਕੋਇਨਸ ਦੇ ਵਿੱਚ ਪੇਮੈਂਟ ਕਰਨ ਦਾ ਸਾਨੂੰ ਕੋਈ ਫਾਇਦਾ ਨਹੀਂ ਹੈ ਤੇ ਇਸ ਸਕੈਮ ਤੋਂ ਸਾਨੂੰ ਬਚਣਾ ਚਾਹੀਦਾ ਹੈ। ਇਸ ਤੋਂ ਇਲਾਵਾ ਜੇ ਅੱਜ ਕੱਲ੍ਹ ਗੱਲ ਕਰੀਏ, ਇੱਕ ਸਭ ਤੋਂ ਵੱਡਾ ਹੋਰ ਸਕੈਮ ਨਜ਼ਰ ਆ ਰਿਹਾ, ਮੋਬਾਈਲ ਦੇ ਵਿੱਚ ਤੁਹਾਡੀਆਂ ਡਿਟੇਲਸ ਚੱਲ ਜਾਂਦੀਆਂ ਨੇ, ਉਹ ਕਿਸ ਤਰ੍ਹਾਂ ਹੁੰਦੀ ਹੈ ਤੇ ਉਹਦੇ ਤੋਂ ਕਿੱਦਾਂ ਬਚਿਆ ਜਾ ਸਕਦਾ? ਐਕਚੁਅਲੀ ਇਹਦੇ ਵਿੱਚ ਸਾਨੂੰ WhatsApp ਦੇ ਉੱਤੇ ਜਾਂ ਸਾਡੇ ਸੋਸ਼ਲ ਮੀਡੀਆ ਉੱਤੇ ਬਹੁਤ ਸਾਰੇ ਲਿੰਕਸ ਆਉਂਦੇ ਆ, ਐਂਡ ਉਹਦੇ ਵਿੱਚ ਲਿਖਿਆ ਜਾਂਦਾ ਹੈ ਕਿ ਜੇ ਇਹ ਲਿੰਕ ਤੋਂ ਤੁਸੀਂ ਆ ਐਪਲੀਕੇਸ਼ਨ ਡਾਊਨਲੋਡ ਕਰੋਗੇ ਤੁਹਾਨੂੰ ਰੀਚਾਰਜ ਮਿਲੇਗਾ 500 ਰੁਪੀਜ਼ ਦਾ ਜਾਂ ਤੁਹਾਨੂੰ 1000 ਰੁਪੀਜ਼ ਦਾ ਕੋਈ ਕੂਪਨ ਮਿਲੇਗਾ, ਐਂਡ ਉਸੇ ਲਾਲਚ ਦੇ ਵਿੱਚ ਜਦੋਂ ਆਪਾਂ ਕੋਈ ਐਪਲੀਕੇਸ਼ਨ ਡਾਊਨਲੋਡ ਕਰ ਲੈਂਦੇ ਆ ਆਪਣੇ ਫੋਨ ਦੇ ਵਿੱਚ ਜੋ ਕਿ ਨਾ ਤੋਂ ਪਲੇ ਸਟੋਰ ਤੋਂ ਆਈ ਹੈ ਨਾ ਹੀ ਐਪ ਸਟੋਰ ਤੋਂ ਆਈ ਹੈ, ਜੇ ਕੋਈ ਅਸੀਂ ਅਨਵਾਂਟਡ ਅਨਨੋਨ ਸੋਰਸ ਤੋਂ ਐਪਲੀਕੇਸ਼ਨ ਡਾਊਨਲੋਡ ਕਰਦੇ ਆ, ਉਹ ਐਪਲੀਕੇਸ਼ਨ ਦਾ ਮੇਨ ਪਰਪਸ ਹੀ ਇਹ ਹੈ ਕਿ ਸਾਡੇ ਫੋਨ ਦਾ ਸਾਰਾ ਡੇਟਾ ਕਿਸੇ ਹੋਰ ਤੱਕ ਪਹੁੰਚਾਉਣਾ। ਜੇ ਐਪਲੀਕੇਸ਼ਨ ਮੇਰੇ ਫੋਨ 'ਚ ਇੰਸਟਾਲ ਹੋ ਗਈ, ਮੇਰੇ ਫੋਨ ਦਾ ਕੈਮਰਾ, ਮਾਈਕ, ਮੇਰੇ ਕੌਂਟੈਕਟਸ, ਮੇਰੇ ਮੈਸੇजेस, ਮੇਰੇ ਕਾਲ ਲੌਗਸ, ਈਵਨ ਸਾਡੀ ਜੀਓ ਲੋਕੇਸ਼ਨ ਵੀ ਉਹ ਕਿਸੇ ਹੋਰ ਪਰਸਨ ਤੱਕ ਪਹੁੰਚ ਰਹੀ ਹੈ ਜੋ ਅਸੀਂ ਕਦੀ ਨਹੀਂ ਚਾਹਾਂਗੇ ਕਿਸੇ ਹੋਰ ਤੱਕ ਟਰੈਵਲ ਕੀਤੇ। ਸੋ ਮੇਕ ਸ਼ੋਰ ਕਿ ਜਦੋਂ ਵੀ ਇਦਾਂ ਦਾ ਕੋਈ ਲਿੰਕ ਤੁਹਾਨੂੰ ਆਵੇ WhatsApp ਦੇ ਉੱਤੇ, ਨਾ ਹੀ ਉਹਨੂੰ ਕਦੀ ਅੱਗੇ ਫਾਰਵਰਡ ਕੀਤਾ ਜਾਵੇ, ਨਾ ਹੀ ਕੋਈ ਐਪਲੀਕੇਸ਼ਨ ਜਿਹੜੀ ਪਲੇ ਸਟੋਰ ਜਾਂ ਐਪ ਸਟੋਰ ਤੇ ਨਹੀਂ ਹੈ, ਨਾ ਹੀ ਉਹਨੂੰ ਕਿਸੇ ਹੋਰ ਵੇ ਨਾਲ ਫੋਨ 'ਚ ਡਾਊਨਲੋਡ ਕੀਤਾ ਜਾਵੇ। ਬਿਲਕੁਲ, ਜਿਸ ਤਰ੍ਹਾਂ ਕ੍ਰਾਈਮ ਵੱਧਦਾ ਜਾ ਰਿਹਾ, ਅਸੀਂ ਦੇਖ ਰਹੇ ਹਾਂ, ਖਾਸ ਕਰਕੇ ਅਸੀਂ ਪੰਜਾਬ ਦੀ ਹੀ ਗੱਲ ਕਰਾਂਗੇ ਕਿਉਂਕਿ ਪੰਜਾਬ 'ਚ ਰਹਿੰਦੇ ਹਾਂ। ਪੰਜਾਬ ਦੇ ਜਿਹੜੇ ਸਾਈਬਰ ਕ੍ਰਾਈਮ ਯੂਨਿਟ ਹੈ, ਜਿਹੜੇ ਪੁਲਿਸ ਦੇ ਯੂਨਿਟ ਹੈ, ਉਹ ਇਸ ਵਿੱਚ ਕਾਮਯਾਬ ਹੁੰਦੇ ਨਜ਼ਰ ਨਹੀਂ ਆਉਂਦੇ, ਉਹਨਾਂ ਕੋਲ ਫਰਾਡ ਨਹੀਂ ਫੜੇ। ਕੀ ਕਾਰਨ ਹੈ? ਐਕਚੁਅਲੀ ਇਨਫੋਰਮੇਸ਼ਨ ਟੈਕਨੋਲੋਜੀ IT ਇੱਕ ਇੱਦਾਂ ਦੀ ਫੀਲਡ ਹੈ ਜਿਹਦੇ ਵਿੱਚ ਸਾਨੂੰ ਨਾਲ ਟਾਈਮ ਦੇ ਨਾਲ ਵਧਣਾ ਪੈਣਾ ਹੈ। ਅੱਜ ਜਿਹੜਾ ਫਰਾਡ ਆਇਆ, ਕੱਲ ਨੂੰ ਉਸ ਤੋਂ ਲੈਵਲ ਇੱਕ ਹੋਰ ਅਪਡੇਟ ਫਰਾਡ ਆਉਂਦਾ ਹੈ, ਸਾਨੂੰ ਨਾਲ ਇਹਦੇ ਵਿੱਚ ਟ੍ਰੇਨਿੰਗਸ ਹਾਸਿਲ ਕਰਨੀਆਂ ਪੈਣੀਆਂ, ਨਾਲ ਅਪਡੇਟਸ ਹੋਣਾ ਪੈਣਾ ਹੈ, ਜਿਹੜੇ ਨਵੇਂ ਅਟੈਕਸ ਆ ਰਹੇ ਉਹਦੇ ਬਾਰੇ ਇਨਫੋਰਮੇਸ਼ਨ ਗੈਦਰ ਕਰਨੀ ਪੈਣੀ ਹੈ। ਜਿੱਦਾਂ ਕਿ ਇੱਕ ਛੋਟੀ ਜਿਹੀ ਐਗਜ਼ਾਮਪਲ ਦਵਾਂ, ਬਹੁਤ ਇੱਕ ਟ੍ਰੈਂਡਿੰਗ ਅਟੈਕ ਚੱਲ ਰਿਹਾ, ਬਹੁਤ ਜ਼ਿਆਦਾ ਇੱਕ ਖਤਰਨਾਕ ਅਟੈਕ ਚੱਲ ਰਿਹਾ, ਦੈਟ ਇਜ਼ ਰੈਂਸਮਵੇਅਰ ਅਟੈਕ। ਉਸ ਰੈਂਸਮਵੇਅਰ ਅਟੈਕ ਦੇ ਨਾਲ ਕੀ ਹੁੰਦਾ ਹੈ, ਇੱਕ ਫਾਈਲ ਤੁਹਾਡੇ ਕੰਪਿਊਟਰ ਵਿੱਚ ਆਏਗੀ, ਐਂਡ ਜਿੱਦਾਂ ਹੀ ਤੁਸੀਂ ਫਾਈਲ ਤੇ ਕਲਿੱਕ ਕਰ ਰਹੇ ਹੋ ਤੁਹਾਡੇ ਸਾਰੇ ਸਿਸਟਮ ਦਾ ਡੇਟਾ ਐਨਕ੍ਰਿਪਟਡ ਹੋ ਜਾਏਗਾ। ਮਤਲਬ ਤੁਸੀਂ ਕੋਈ ਵੀ ਫਾਈਲ, ਚਾਹੇ ਡਾਕੂਮੈਂਟ ਹੈ, ਚਾਹੇ ਇਮੇਜ ਹੈ, ਚਾਹੇ ਕੋਈ ਗਾਣਾ ਹੈ, ਚਾਹੇ ਵੀਡੀਓ ਹੈ, ਕੁਝ ਵੀ, ਉਹਨੂੰ ਓਪਨ ਨਹੀਂ ਕਰ ਸਕਦੇ। ਐਂਡ ਨਾਰਮਲ ਪਰਸਨ ਲਈ ਕੋਈ ਇੰਨੀ ਵੱਡੀ ਗੱਲ ਨਹੀਂ, ਉਹਨੂੰ ਲੱਗ ਰਿਹਾ ਕਿ ਚੱਲ ਮੇਰਾ ਨਾਰਮਲ ਡੇਟਾ ਡਿਲੀਟ ਹੋ ਗਿਆ, ਮੈਂ ਫਾਰਮੈਟ ਕਰਕੇ। ਬਟ ਜਦ ਇਹ ਵੱਡੀ ਕੰਪਨੀ ਤੇ ਕੋਈ ਅਟੈਕ ਆਉਂਦਾ ਜਿਹਦੇ ਵਿੱਚ ਸਿਸਟਮ 'ਚ ਅਕਾਊਂਟਸ ਡਿਟੇਲਸ ਹੈ, ਕੰਪਨੀ ਦੇ ਪਲਾਨਸ ਹੈ ਕਿ ਅਸੀਂ ਫਿਊਚਰ 'ਚ ਕੀ ਕਰਨਾ ਜਾਂ ਪਿਛਲੇ 10 ਸਾਲ 'ਚ ਅਸੀਂ ਕੀ ਕੀਤਾ, ਸਾਰੇ ਪਲਾਨਸ, ਜਦੋਂ ਇਦਾਂ ਦਾ ਕੋਈ ਡੇਟਾ ਕੰਪਰੋਮਾਈਜ਼ ਹੁੰਦਾ ਤਾਂ ਬਹੁਤ ਵੱਡਾ ਇਫੈਕਟ ਪੈਂਦਾ ਕੰਪਨੀ ਨੂੰ। ਕੁਝ ਦਿਨ ਪਹਿਲਾਂ ਇਦਾਂ ਦਾ ਹੀ ਅਟੈਕ ਇੱਕ ਫਲੋਰੀਡਾ ਗਵਰਨਮੈਂਟ ਤੇ ਹੋਇਆ, ਐਂਡ ਗਵਰਨਮੈਂਟ ਨੇ ਤਕਰੀਬਨ 5 ਤੋਂ 7 ਕਰੋੜ ਰੁਪਇਆ ਆਲਰੇਡੀ ਰੈਂਸਮਵੇਅਰ ਦੇ ਅਮਾਊਂਟ 'ਚ ਪੇ ਕਰ ਚੁੱਕੇ ਆ ਆਲਰੇਡੀ, ਬਟ ਹਜੇ ਤੱਕ ਕੋਈ ਡੇਟਾ ਰਿਟਰੀਵ ਹੋਣ ਦੇ ਕੋਈ ਚਾਂਸਿਸ ਨਹੀਂ ਹੈ। ਬਟ ਸਾਨੂੰ ਇਦਾਂ ਦੇ ਅਟੈਕਸ ਤੋਂ ਜਾਗਰੂਕ ਹੋਣਾ ਪਵੇਗਾ, ਲੋਕਾਂ ਨੂੰ ਅਵੇਅਰ ਕਰਨਾ ਪਵੇਗਾ, ਐਂਡ ਜਿੰਨੇ ਵੀ ਟੈਕਨੀਕਲ ਡਿਪਾਰਟਮੈਂਟਸ ਹੈ ਉਹਨਾਂ ਨੂੰ ਵੀ ਅਵੇਅਰ ਹੋਣਾ ਪਏਗਾ ਕਿ ਤਾਂ ਜੋ ਇਦਾਂ ਦੇ ਫਰਾਡਸ ਤੋਂ ਬਚਿਆ ਜਾ ਸਕੇ। ਬਿਲਕੁਲ, ਇਸ ਤੋਂ ਇਲਾਵਾ ਜਿਵੇਂ ਆਪਾਂ ਕਿਹਾ ਕਿ ਪੰਜਾਬ ਪੁਲਿਸ ਸ਼ਾਇਦ ਇਹ ਅੱਗੇ ਵੱਧ ਨਹੀਂ ਰਹੀ, ਇਹਦੇ ਕਾਰਨ ਵੀ ਕਈ ਨੇ। ਹੁਣ ਜਿਸ ਤਰ੍ਹਾਂ ਤੁਸੀਂ ਦੇਖ ਰਿਹਾ ਮੈਂ ਕਿ ਬੱਚਿਆਂ ਨੂੰ ਟ੍ਰੇਨਿੰਗ ਦੇ ਰਹੇ ਹੋ, ਤੁਸੀਂ ਇਹਨਾਂ ਨੂੰ ਟ੍ਰੇਨਿੰਗ ਦੇ ਕੇ ਕੀ ਕਰ ਰਹੇ ਹੋ, ਕੀ ਇਹਨਾਂ ਨੂੰ ਅੱਗੇ ਵਧਾਓ? ਹਰ ਕੰਪਨੀ ਜਿੱਦਾਂ ਅਸੀਂ IT ਯੁੱਗ ਵੱਧ ਰਹੇ, ਹਰ ਕੰਪਨੀ ਚਾਹੁੰਦੀ ਹੈ ਇਦਾਂ ਦੇ ਸਾਈਬਰ ਐਕਸਪਰਟਸ ਸਾਡੀ ਕੰਪਨੀ 'ਚ ਆ ਕੇ ਕੰਮ ਕਰਨ, ਐਂਡ ਸਾਡੇ ਸਿਸਟਮਸ ਨੂੰ, ਸਾਡੇ ਨੈਟਵਰਕ ਨੂੰ, ਸਾਡੀ ਵੈਬਸਾਈਟਸ ਨੂੰ ਪ੍ਰੋਟੈਕਟ ਕੀਤਾ ਜਾਵੇ। ਅਸੀਂ ਇਹਨਾਂ ਸਟੂਡੈਂਟਸ ਨੂੰ ਟ੍ਰੇਨਿੰਗ ਦੇ ਕੇ ਕੰਪਨੀਜ਼ 'ਚ ਪਲੇਸ ਕਰਵਾਈਦਾ ਹੈ ਤਾਂ ਜੋ ਕੰਪਨੀਜ਼ ਵਾਲੇ ਆਪਣੇ ਆਪ ਨੂੰ ਇਦਾਂ ਦੇ ਫਰਾਡਸ ਤੋਂ, ਇਦਾਂ ਦੇ ਸਾਈਬਰ ਅਟੈਕਸ ਤੋਂ ਬਚਾ ਸਕਣ। ਸੋ ਇਹਨਾਂ ਸਟੂਡੈਂਟਸ ਦਾ ਜਿਹੜਾ ਫਿਊਚਰ ਹੈ, ਜੋ ਕਰੀਅਰ ਹੈ, ਉਹ ਸਾਈਬਰ ਸਿਕਿਉਰਿਟੀ ਵਿੱਚ ਅਸੀਂ ਬਣਾ ਰਹੇ ਹਾਂ ਤਾਂ ਜੋ ਕੱਲ ਨੂੰ ਕਿਸੇ ਵਧੀਆ MNC ਵਿੱਚ ਜਾਂ ਵਧੀਆ ਕੰਪਨੀ ਵਿੱਚ ਜਾ ਕੇ ਹਾਇਰ ਹੋ ਕੇ ਅੱਗੇ ਉਹਨਾਂ ਨੂੰ ਸਿਕਿਉਰਿਟੀ ਪ੍ਰੋਵਾਈਡ ਕਰਨ। ਬਿਲਕੁਲ, ਇਸੇ ਨਾਲ ਫਿਰ ਮੈਂ ਗੱਲ ਕਰਨਾ ਪੁਲਿਸ ਦੇ ਉੱਤੇ ਆਉਣਾ। ਜੇ ਪੁਲਿਸ ਜਿਸ ਤਰ੍ਹਾਂ ਕਿ ਤੁਸੀਂ ਕਰ ਰਹੇ ਹੋ, ਐਕਸਪਰਟ ਹੋ, ਕਦੀ ਤੁਹਾਡੀ ਉਹਨਾਂ ਨੇ ਸੇਵਾਵਾਂ ਲਿੱਤੀਆਂ? ਨਹੀਂ, ਹਜੇ ਤੱਕ ਤਾਂ ਇਦਾਂ ਦਾ ਸਾਨੂੰ ਕੋਈ ਮੌਕਾ ਨਹੀਂ ਮਿਲਿਆ,
ਬਟ ਜੇ ਮਿਲੇਗਾ ਤਾਂ ਜ਼ਰੂਰ ਅਸੀਂ ਉਹਨੂੰ ਅਪਰੋਚ ਜ਼ਰੂਰ ਕਰਾਂਗੇ, ਬਟ ਹਜੇ ਤੱਕ ਇਦਾਂ ਦਾ ਸਾਨੂੰ ਕੋਈ ਚਾਂਸ ਨਹੀਂ ਮਿਲਿਆ। ਤੁਸੀਂ ਇਹੋ ਜਿਹੇ ਕਿਹੋ ਜਿਹੀਆਂ ਸੇਵਾਵਾਂ ਆਪਣੀਆਂ ਪੁਲਿਸ ਨੂੰ ਦੇ ਸਕਦੇ ਹੋ ਜਿਨ੍ਹਾਂ ਨਾਲ ਉਹਨਾਂ ਨੂੰ ਬੈਨੀਫਿਟ ਹੋ ਸਕੇ? ਦੇਖੋ ਇਹਦੇ ਵਿੱਚ ਕੀ ਹੁੰਦਾ ਹੈ ਕਿ ਡੇਲੀ ਬੇਸਿਸ ਤੇ ਬਹੁਤ ਸਾਰੇ ਇਦਾਂ ਦੇ ਫਰਾਡਸ ਆਉਂਦੇ ਆ, ਬਹੁਤ ਸਾਰੇ ਇਦਾਂ ਦੇ ਅਟੈਕ ਆਉਂਦੇ ਆ ਕਿ ਅਸੀਂ ਅਪਡੇਟ ਰਹੀਦਾ ਕਿ ਕੀ ਟ੍ਰੈਂਡਿੰਗ ਅਟੈਕ ਚੱਲ ਰਿਹਾ ਜਾਂ ਇਹਨੂੰ ਕਿੱਦਾਂ ਅਸੀਂ ਸੋਲਵ ਕਰ ਸਕਦੇ ਹਾਂ। ਸੋ ਸਾਡੀ ਟੈਕਨੀਕਲ ਜਿਹੜੀ ਟੀਮ ਹੈ, ਅਸੀਂ ਟ੍ਰੇਨਿੰਗਸ ਪ੍ਰੋਵਾਈਡ ਕਰ ਸਕਦੇ ਹਾਂ ਉਹਨਾਂ ਨੂੰ ਕਿ ਕਿੱਦਾਂ ਅਸੀਂ ਬਚ ਸਕਦੇ ਹਾਂ ਜਾਂ ਕਿੱਦਾਂ ਕੱਲ੍ਹ ਨੂੰ ਇਹ 'ਚ ਇਨਵੈਸਟੀਗੇਟ ਕਰ ਸਕਦੇ ਹਾਂ, ਜਾਂ ਕੋਈ ਲੇਟੈਸਟ ਅਗਰ ਅਟੈਕ ਸਾਡੇ ਤੇ ਹੋ ਵੀ ਰਿਹਾ ਅਸੀਂ ਉਹਦੇ ਤੋਂ ਹੁਣ ਨੈਕਸਟ ਸਟੈਪ ਕੀ ਲੈ ਸਕਦੇ ਹਾਂ। ਸੋ ਇਹ ਟ੍ਰੇਨਿੰਗਸ ਹੋ ਗਈਆਂ ਜਾਂ ਟੈਕਨੀਕਲ ਇਨਵੈਸਟੀਗੇਸ਼ਨਸ ਹੋ ਗਈਆਂ, ਕੰਸਲਟੈਂਸੀ ਹੋ ਗਈਆਂ, ਅਸੀਂ ਆਲਵੇਜ਼ ਰੈਡੀ ਹਾਂ, ਕਿਸੇ ਵੀ ਗਵਰਨਮੈਂਟ ਏਜੰਸੀ ਨੂੰ ਚਾਹੀਦੀ ਹਾਂ, ਵੀ ਆਰ ਆਲਵੇਜ਼ ਰੈਡੀ ਟੂ ਪ੍ਰੋਵਾਈਡ ਥੀਸ। ਤੇ ਬਿਲਕੁਲ ਜੀ, ਤੁਸੀਂ ਦੇਖਿਆ ਕਿ ਇੱਕ ਐਕਸਪਰਟ ਐਥੀਕਲ ਹੈਕਰ ਜਾਂ ਸਾਈਬਰ ਐਕਸਪਰਟ ਦੀਆਂ ਰਾਏ ਨੇ, ਜਿਸ ਤਰ੍ਹਾਂ ਤੁਸੀਂ ਆਪ ਹੀ ਜਿੱਦਾਂ ਜਿਹੜੇ ਹੋਣ ਵਾਲੇ ਆਨਲਾਈਨ ਫਰਾਡ ਹੈ ਉਹਨਾਂ ਤੋਂ ਵੀ ਬਚ ਸਕਦੇ ਹੋ, ਤੇ ਜਿਸ ਤਰ੍ਹਾਂ ਉਹਨਾਂ ਨੇ ਦੱਸਿਆ ਕਿ ਜਿਹੜੀਆਂ ਚੀਜ਼ਾਂ ਦਾ ਅਵੋਇਡ ਕਰਨਾ ਚਾਹੀਦਾ ਉਹਨਾਂ ਚੀਜ਼ਾਂ ਨੂੰ ਤੁਸੀਂ ਅਵੋਇਡ ਕਰੋਗੇ ਤਾਂ ਤੁਹਾਨੂੰ ਕਿਸੇ ਸਾਈਬਰ ਐਕਸਪਰਟ ਦੀ ਜ਼ਰੂਰਤ ਨਹੀਂ, ਤੁਸੀਂ ਆਪਣੇ ਘਰ ਬੈਠੇ ਹੀ ਆਪਣੇ ਸਾਈਬਰ ਕ੍ਰਾਈਮ ਤੋਂ ਬਚ ਸਕਦੇ ਹੋ। ਕੈਮਰਾਮੈਨ ਮਨੀਸ਼ ਦੇ ਨਾਲ ਪਰਮਜੀਤ ਸਿੰਘ ਰੰਗਪੁਰੀ, ਡੇਲੀ ਪੋਸਟ ਪੰਜਾਬੀ, ਜਲੰਧਰ। ਕੈਮਰਾਮੈਨ ਮਨੀਸ਼ ਦੇ ਨਾਲ ਪਰਮਜੀਤ ਸਿੰਘ ਰੰਗਪੁਰੀ, ਫਾਸਟਵੇ ਨਿਊਜ਼, ਜਲੰਧਰ। ਕੈਨੇਡਾ ਸਟੂਡੈਂਟ ਵੀਜ਼ਾ ਤੇ ਜਾਣ ਵਾਲਿਆਂ ਲਈ ਹੁਣ ਖਾਸ ਖੁਸ਼ਖਬਰੀ, GIC ਦੀ ਫੀਸ ਨਹੀਂ ਵੱਧ ਰਹੀ। ਇਫੈਕਟਿਵ 1 ਅਪ੍ਰੈਲ ਤੋਂ GIC ਦੀ ਫੀਸ 10,200 ਹੀ ਰਹੇਗੀ। ਸੋ ਜੇ ਤੁਸੀਂ ਸਤੰਬਰ ਜਾਂ ਜਨਵਰੀ ਸੈਸ਼ਨ ਲਈ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਤੇ ਅੱਜ ਹੀ ਕਾਲ ਕਰੋ 92 563 92 563।